ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦੀ ਸਪਲੀਮੈਂਟਰੀ ਰੀਡਰ ਸੈਕਸ਼ਨ ਵਿੱਚੋਂ ਪਹਿਲਾ ਚੈਪਟਰ ਐਨ ਐਸਟ੍ਰੋਲੋਜਰਸ ਡੇ। ਅੱਜ ਡਿਸਕਸ ਕਰਾਂਗੇ ਇਸ ਚੈਪਟਰ ਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ। ਤਾਂ ਚਲੋ ਸ਼ੁਰੂ ਕਰਦੇ ਹਾਂ। ਪਹਿਲੇ ਹੈਗੇ ਨੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈਗਾ What was the astrologer's professional equipment? ज्योतिषी दे पेशेवर उपकरण केवे से? Answer: The astrologer knew nothing of his profession. ज्योतिषी ਨੂੰ ਆਪਣੇ ਪੇਸ਼ੇ ਬਾਰੇ ਵੈਸੇ ਕੁਝ ਨਹੀਂ ਪਤਾ ਸੀ, but he had all the professional equipment with him. ਪਰ ਫਿਰ ਵੀ ਉਹਦੇ ਕੋਲ ਪੇਸ਼ੇਵਾਰ ਜਿਹੜੇ ਉਪਕਰਨ ਚਾਹੀਦੇ ਹੁੰਦੇ ਨੇ ਇੱਕ ज्योतिषੀ ਨੂੰ, ਉਹ ਸਾਰੇ ਦੇ ਸਾਰੇ ਸੀਗੇ। His articles included a dozen ਕਾਊਰੀ ਸ਼ੈਲਸ, ਜਿਹੜੇ ਤੁਸੀਂ ਦੇਖੇ ਹੋਣੇ ਵਾਈਟ ਕਲਰ ਦੇ, ਕਈ ਵਾਰ ਸੂਟਾਂ ਦੇ ਉੱਤੇ ਵੀ ਲੱਗਦੇ ਨੇ, ਉਹ ਵਾਲੇ ਸ਼ੈਲ ਸੀਗੇ ਉਹਦੇ ਕੋਲ। ਠੀਕ ਹੈ। ਨਾਲ ਦੀ ਨਾਲ ਅ ਸਕੁਆਇਰ ਪੀਸ ਆਫ ਕਲੌਥ ਵਿਦ ਅ ਸਟ੍ਰੇਨ ਚਾਰਟ ਔਨ ਇਟ, ਇੱਕ ਸਕੁਆਇਰ ਪੀਸ ਦਾ ਕੱਪੜਾ ਜਿਹਦੇ ਉੱਤੇ ਇੱਕ ਚਾਰਟ ਬਣਿਆ ਹੋਇਆ ਸੀ। ਅ ਨੋਟਬੁੱਕ, ਇੱਕ ਕਾਪੀ ਸੀ, ਐਂਡ ਸਮ ਅਦਰ ਲਿਟਲ ਥਿੰਗਸ, ਤੇ ਹੋਰ ਕੁਝ ਛੋਟਾ ਛੋਟਾ ਸਮਾਨ ਸੀ। ਅੱਗੇ ਦੂਜਾ ਕੁਐਸਚਨ ਹੈਗਾ ਹਾਊ ਡਿਡ he gave his face the look of an astrologer. उसने अपने चेहरे ਨੂੰ ਇੱਕ ਜੋਤਸ਼ੀ ਦਾ ਰੂਪ ਕਿਵੇਂ ਦਿੱਤਾ? The astrologer knew nothing of his profession. ਦੇਖੋ ਇਹ ਲਿਖਣਾ ਜ਼ਰੂਰੀ ਹੈ ਵੀ ਜੋਤਸ਼ੀ ਨੂੰ ਆਪਣੇ ਪੇਸ਼ੇ ਬਾਰੇ ਵੈਸੇ ਤਾਂ ਕੁਝ ਨਹੀਂ ਪਤਾ ਸੀ, but he gave himself the look of a perfect astrologer. ਫਿਰ ਵੀ ਉਸਨੇ ਆਪਣੇ ਆਪ ਨੂੰ ਇੱਕ ਸੰਪੂਰਨ ਜੋਤਸ਼ੀ ਦਾ ਜਿਹੜਾ ਮੁਖ ਹੁੰਦਾ ਹੈਗਾ ਉਹ ਦਿੱਤਾ ਸੀ। His forehead was marked with sacred ash and vermilion. ਉਹਦੇ ਮੱਥੇ ਦੇ ਉੱਤੇ ਪਵਿੱਤਰ ਸਵਾਹ ਜਿਹੜਾ ਹੈਗਾ, ਜਾਂ ਤੁਸੀਂ ਕਹਿ ਸਕਦੇ ਹੋ ਸਿੰਦੂਰ ਲੱਗਿਆ ਹੋਇਆ ਸੀ, ਜਿਵੇਂ ਜੋਤਸ਼ੀ ਦੇ ਲੱਗੇ ਹੁੰਦੇ ਨੇ। He wore a saffron color turban around his head. ਤੇ ਉਹਦੇ ਸਿਰ ਦੇ ਉੱਤੇ ਇੱਕ ਸੈਫਰਨ ਕਲਰ ਦੀ ਜਿਹੜੀ ਪੱਗ ਸੀਗੀ ਉਹ ਬੰਨੀ ਹੋਈ ਸੀ, ਜਿਵੇਂ ਜੋਤਸ਼ੀ ਪਾਉਂਦੇ ਨੇ। This color scheme never failed. ਇਹ ਜਿਹੜੀ ਕਲਰ ਦਾ ਹੈਗਾ ਨਾ, ਲੋਕਾਂ ਨੂੰ ਮਤਲਬ ਕਦੇ ਵੀ ਭੁਲੇਖਾ ਨਹੀਂ ਪਾਉਂਦਾ। ਉਹ ਕਹਿੰਦੇ ਨੇ ਨਹੀਂ ਸੰਤ ਆਦਮੀ ਹੈ। People were attracted to him as bees are attracted to flowers. ਤੇ ਮਧੂਮੱਖੀ ਜਿਵੇਂ ਫੁੱਲਾਂ ਕੋਲ ਜਗਮਗਾਉਂਦੀ ਹੈ ਜਾਂ ਗੇੜੇ ਮਾਰਦੀ ਹੈ ਨਾ, ਉਵੇਂ ਲੋਕ ਉਹਦੇ ਕੋਲ ਵੀ ਭਿੰਨ ਭਿੰਨ ਕਰਦੇ ਆਂਦੇ ਹੀ ਸੀ, ਕਿਉਂਕਿ ਲੋਕਾਂ ਨੂੰ ਅਕਸਰ ਚਾਹੀਦਾ ਹੁੰਦਾ ਨਾ ਵੀ ਸਾਡਾ ਭਵਿੱਖ ਦੱਸੋ। ਇਹ ਸਭ ਕੁਝ ਆਮ ਤੌਰ ਤੇ ਲੋਕ ਇਹੀ ਕੰਮ ਕਰਦੇ ਨੇ। Where did he sit every day? ਆਮ ਤੌਰ ਤੇ ਉਹ ਰੋਜ਼ ਕਿੱਥੇ ਬੈਠਦਾ ਸੀ? The astrologer would sit under a tree on a public road. ਆਮ ਤੌਰ ਤੇ ਉਹ ਸੜਕ ਦੇ ਉੱਤੇ ਇੱਕ ਦਰਖਤ ਹੇਠ ਬੈਠਦਾ ਸੀ। It was a busy road. ਉਹ ਕਾਫੀ ਵਿਅਸਤ ਸੀ, ਸੜਕ ਆਵਾਜਾਈ ਕਾਫੀ ਸੀ। A crowd of people always kept moving up and down from morning till night. ਆਵਾਜਾਈ ਲੱਗੀ ਰਹਿੰਦੀ ਸੀ, ਸਵੇਰ ਤੋਂ ਲੈ ਕੇ ਰਾਤ ਤੱਕ ਲੋਕ ਆਉਂਦੇ ਜਾਂਦੇ ਰਹਿੰਦੇ ਸੀ। All kinds of people passed that way. ਹਰੇਕ ਕਿਸਮ ਦਾ ਆਦਮੀ ਉਸ ਰਸਤੇ ਤੋਂ ਜਾਂਦਾ ਸੀ। Among them were magicians, medicine sellers, sellers of stolen goods, etc. ਕਿਹੜੇ-ਕਿਹੜੇ ਲੋਕ ਉੱਥੋਂ ਜਾਂਦੇ ਸੀ? ਜਾਦੂਗਰ, ਦਵਾਈਆਂ ਵੇਚਣ ਵਾਲੇ, ਤੇ ਨਾਲ ਦੀ ਨਾਲ ਜੋ ਚੋਰੀ ਕੀਤਾ ਸਮਾਨ ਹੈਗਾ ਉਹ ਵੀ ਵੇਚਣ ਵਾਲੇ ਲੋਕ ਉੱਥੇ ਜਾਂਦੇ ਹੀ ਜਾਂਦੇ ਸੀ, ਉਸ ਸੜਕ ਤੋਂ ਲੰਘਦੇ ਹੀ ਲੰਘਦੇ ਸੀ। ਅੱਗੇ who were the other professionals on the road where the astrologer carried on his business? ਆਪਾਂ ਹੁਣੇ ਪੜ੍ਹਿਆ ਵੀ ਜਿਸ ਸੜਕ ਤੇ ਪੇਸ਼ੇਵਾਰ ਜਿਹੜਾ ਜੋਸ਼ੀ ਸੀ ਆਪਣਾ ਕੰਮ ਕਰਦਾ ਸੀ ਦਰਖਤ ਹੇਠ ਬੈਠ ਕੇ, ਉੱਥੇ ਹੋਰ ਕਿਹੜੇ-ਕਿਹੜੇ ਪੇਸ਼ੇ ਦੇ ਲੋਕ ਉਸ ਸੜਕ ਤੋਂ ਲੰਘਦੇ ਸੀ। The astrologer carried on his business under a tree on a public road. ਪਬਲਿਕ ਜਿਹੜੀ ਸੜਕ ਆਮ ਹੁੰਦੀ ਉਹਦੇ ਦਰਖਤ ਦੇ ਕੋਲੇ ਬੈਠ ਕੇ, ਹੇਠਾਂ ਬੈਠ ਕੇ ਉਹ ਆਪਣਾ ਕੰਮ ਕਰਦਾ ਸੀ ਜੋਤਸ਼ੀ ਦਾ। Besides him, the other professionals on that road, ਉਸ ਸੜਕ ਤੇ ਹੋਰ ਕਿਹੜੇ-ਕਿਹੜੇ ਪੇਸ਼ੇਵਾਰ ਸੀਗੇ? ਮੈਡੀਸਿਨ ਸੈਲਰਸ, ਦਵਾਈਆਂ ਵੇਚਣ ਵਾਲੇ, ਮੈਜੀਸ਼ੀਅਨਸ, ਜਾਦੂਗਰ, ਸੈਲਰਸ ਆਫ ਸਟੋਲਨ ਗੁੱਡਸ, ਚੋਰੀ ਦਾ ਸਮਾਨ ਵੇਚਣ ਵਾਲੇ, ਉੱਥੇ ਹੀ ਦੁਕਾਨ ਲਾਉਂਦੇ ਹੋਣੇ। ਸੈਲਰ ਆਫ ਚੀਪ ਕਲੌਥ, ਕੱਪੜਾ ਜਿਹੜਾ ਸਸਤਾ ਵੇਚਦੇ ਨੇ ਉਹ ਲੋਕ। ਐਂਡ ਅ ਵੈਂਡਰ ਆਫ ਫਰਾਈਡ ਗਰਾਊਂਡਨਟ, ਜਿਹੜਾ ਮੂੰਗਫਲੀ ਹੁੰਦੀ ਹੈ ਨਾ, ਵੇਚਣ ਵਾਲੇ ਵੀ ਉੱਥੇ ਹੀ ਬੈਠਦੇ ਸੀ ਜਿੱਥੇ ਜੋਤਸ਼ੀ ਬੈਠਾ ਹੁੰਦਾ ਸੀ। ਅੱਗੇ what were the different names given by the vendor of fried groundnuts to his groundnuts? ਉਹ ਜਿਹੜਾ ਮੂੰਗਫਲੀ ਵੇਚਣ ਵਾਲਾ ਹੈਗਾ ਉਹ ਆਪਣੀ ਮੂੰਗਫਲੀ ਨੂੰ ਹੋਰ ਕਿਹੜੇ-ਕਿਹੜੇ ਨਾਮਾਂ ਤੋਂ ਜਾਣਦਾ ਸੀ ਤੇ ਵੇਚਦਾ ਸੀ ਉਸ ਨਾਮ ਤੋਂ। Every day the vendor would give his groundnuts fancy names to attract the customers. ਹਰ ਰੋਜ਼ ਦੀ ਗੱਲ ਹੈ ਉਹ ਵੇਚਣ ਵਾਲਾ ਮੂੰਗਫਲੀ ਨੂੰ ਆਪਣੀ ਮੂੰਗਫਲੀ ਦੇ ਆਕਰਸ਼ਿਤ ਨਾਮ ਕਰਕੇ ਨਾ, ਜਾਂ ਸ਼ਾਨਦਾਰ ਨਾਮ ਦੇ ਕੇ ਉਹਨਾਂ ਨੂੰ ਵੇਚਦਾ ਸੀ ਤਾਂ ਕਿ ਲੋਕ ਹੋਰ ਉਹਦੇ ਕੋਲ ਆਣ।
He would call it Bombay ice cream one day. किसी दिन था वो कहता सी भी ये Bombay ice cream है. अगले दिन the next day he would call it Delhi almond. अगले दिन कहता सी दिल्ली दी almond है क्या कहता मतलब almond ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਬਦਾਮ. On the third day he would call it Raja's delicacy and so on. ਤੇ ਅਗਲੇ ਦਿਨ ਕਹਿੰਦਾ ਸੀ ਵੀ ਰਾਜਾ ਜੀ ਦਾ ਸਵਾਦ ਹੈਗਾ ਇਹਦੇ ਵਿੱਚ ਤੇ ਇਦਾਂ ਕਰਕੇ ਉਹ ਅਲੱਗ-ਅਲੱਗ ਨਾਮ ਦਿਆ ਕਰਦਾ ਸੀ. Sixth question. What was the source of light used by the astrologer during the evening hour? ਸ਼ਾਮ ਵੇਲੇ ਜਿਹੜਾ ਜੋਤਸ਼ੀ ਸੀ ਉਹ ਪ੍ਰਕਾਸ਼ ਦਾ ਕਿਹੜਾ ਰੂਪ ਯੂਜ਼ ਕਰਦਾ ਸੀ, ਕਿੱਥੋਂ ਉਹਨੂੰ ਲਾਈਟ ਮਿਲਦੀ ਸੀ? The astrologer had no light arrangement of his own. ਆਪਣੀ ਉਹਦਾ ਲਾਈਟ ਦਾ ਕੋਈ ਪ੍ਰਬੰਧ ਨਹੀਂ ਸੀ. There was a groundnut vendor sitting near him. ਉਹਦੇ ਕੋਲ ਹੀ ਮੂੰਗਫਲੀ ਵੇਚਣ ਵਾਲਾ ਕੋਲ ਹੀ ਉੱਤੇ ਬੈਠਾ ਹੁੰਦਾ ਸੀ. The groundnut vendor had a light above the heap of his groundnut. ਉਹ ਬੋਰੀਆਂ ਜਿੱਥੇ groundnut ਪਈ ਹੋਈਆਂ ਸੀ, ਮੂੰਗਫਲੀ ਪਈ ਹੋਈ ਸੀ, ਉਹਦੇ ਉੱਤੇ ਲਾਈਟ ਲੱਗੀ ਹੋਈ ਸੀ. The astrologer would do his work by this light. ਤੇ ਜਿਹੜਾ ਜੋਤਸ਼ੀ ਸੀ ਉਹ ਇਸੇ ਲਾਈਟ ਦਾ ਯੂਜ਼ ਕਰਕੇ ਆਪਣਾ ਕੰਮ ਕਰਦਾ ਸੀ. Besides this, the light from the nearby shops also helped him. ਤੇ ਇਸ ਤੋਂ ਇਲਾਵਾ ਆਲੇ ਦੁਆਲੇ ਦੀਆਂ ਜਿਹੜੀਆਂ ਦੁਕਾਨਾਂ ਸੀ ਉਹਦੇ ਤੋਂ ਵੀ ਰੋਸ਼ਨੀ ਮਿਲਦੀ ਸੀ ਤੇ ਉਹ ਆਪਣਾ ਕੰਮ ਸਾਰ ਲੈਂਦਾ ਸੀ. ਅੱਗੇ How does Narayan describe the astrologer's knowledge of astronomy? ਨਾਰਾਇਣ ਜੀ ਜਿਹੜੇ ਹੈਗੇ ਨੇ ਉਹ ਇਸ ਜੋਤਸ਼ੀ ਦੇ ਜਿਹੜੇ ਗਿਆਨ ਹੈਗੇ ਨੇ ਜੋਤਸ਼ੀ ਨੂੰ ਲੈ ਕੇ ਮਤਲਬ ਭਵਿਸ਼ਵਾਣੀ ਨੂੰ ਲੈ ਕੇ ਉਹ ਕਿਵੇਂ ਡਿਸਕ੍ਰਾਈਬ ਕਰਦੇ ਨੇ? The astrologer had no knowledge of astrology or astronomy. ਦੇਖੋ ਉਸ ਜੋਤਸ਼ੀ ਨੂੰ ਭਵਿੱਖ ਬਾਰੇ ਕੋਈ ਵੀ ਗਿਆਨ ਨਹੀਂ ਸੀ. ਜੋਤਸ਼ੀ ਗੱਲਾਂ ਕਰਦਾ ਸੀ ਪਰ ਉਹਦੇ ਬਾਰੇ ਕੋਈ ਗਿਆਨ ਨਹੀਂ ਸੀ. He knew as little of it as his customers. ਜਿੰਨਾ ਕਿ ਉਹਦੇ ਗ੍ਰਾਹਕਾਂ ਨੂੰ ਪਤਾ ਸੀ ਉਨਾ ਕਿ ਉਹਨੂੰ ਪਤਾ ਸੀ. He did his job through guesswork and through common understanding of human psychology. ਤੇ ਉਸਨੇ ਆਪਣਾ ਕੰਮ ਜਿਹੜਾ ਹੈਗਾ ਸਵਾਲਾਂ ਦੇ ਸਿਰ ਦੇ ਉੱਤੇ ਜਾਂ ਆਮ ਸੂਝ-ਬੂਝ ਜਿਹੜੀ ਹੁੰਦੀ ਹੈ ਨਾ ਉਦੋਂ ਯੂਜ਼ ਕਰਕੇ ਸਾਈਕੋਲੋਜੀ ਯੂਜ਼ ਕਰਕੇ ਅੱਛਾ ਤੁਸੀਂ ਦੁਖੀ ਹੋ ਮਤਲਬ ਹਰ ਬੰਦਾ ਕਿਸੇ ਨਾ ਕਿਸੇ ਪੱਖੋਂ ਤਾਂ ਦੁਖੀ ਹੁੰਦਾ ਉਹੀ ਗੱਲਾਂ ਵਿੱਚ ਉਲਝਾ ਕੇ ਉਹ ਗੱਲ ਕਰਦਾ ਸੀ. First, he would let a customer speak for at least 10 minutes. मतलब वो आम तौर पे की करता सी वो कस्टमर ਨੂੰ ਗ੍ਰਾਹਕ ਨੂੰ ਕਹਿੰਦਾ ਸੀ ਵੀ ਤੁਸੀਂ 10 ਮਿੰਟ ਤੱਕ ਮਤਲਬ ਉਹ ਬੋਲਦੇ ਸੀ ਤੇ ਉਹਦੇ ਵਿੱਚ ਜਦ 10 ਮਿੰਟ ਕੋਈ ਬੰਦਾ ਬੋਲੇ ਤੁਹਾਨੂੰ ਉਹਦੇ ਬਾਰੇ ਕਾਫੀ ਜਾਣਕਾਰੀ ਮਿਲ ਜਾਂਦੀ ਹੈ ਨਾ. It gave him enough stuff for the answers. ਤੇ ਫਿਰ ਉਹ ਜਦ ਸਵਾਲ ਪੁੱਛਦੇ ਸੀ ਤਾਂ ਉਹਦੇ ਕੋਲ ਜਵਾਬ ਪਹਿਲਾਂ ਹੀ ਹੁੰਦੇ ਸੀ ਕਿਉਂਕਿ 10 ਮਿੰਟ ਤਾਂ ਉਹਨੇ ਆਪਣੇ ਕਸਟਮਰ ਨੂੰ ਗਾਹਕ ਨੂੰ ਗੱਲ ਕਰਦੇ ਸੁਣੇ ਹੈ ਨਾ. Okay. What would the astrologer have done if he had continued to live in his old village? ਜੇਕਰ ਜੋਤਸ਼ੀ ਆਪਣੇ ਪੁਰਾਣੇ ਪਿੰਡ ਵਿੱਚ ਹੀ ਰਹਿੰਦਾ ਤਾਂ ਉੱਥੇ ਉਹ ਕੀ ਕੰਮ ਕਰਦਾ? The astrologer had to leave his village due to some reason. ਉਹਨੂੰ ਆਪਣਾ ਪਿੰਡ ਕਿਸੇ ਕਾਰਨ ਵਜੋਂ ਛੱਡਣਾ ਪਿਆ ਸੀ. But if he had continued to live there, he would have carried on the work of his forefathers, namely tilling the land, living, marrying and ripening in his cornfield and ancestral home. ਪਰ ਜੇਕਰ ਉਹ ਉੱਥੇ ਰਹਿੰਦਾ ਜਿੱਥੇ ਉਹਦਾ ਪਿੰਡ ਸੀਗਾ ਤਾਂ ਉਹ ਆਪਣੇ ਪਿਓ ਦਾਦਿਆਂ ਦੇ ਕੰਮ ਨੂੰ ਹੀ ਜਾਰੀ ਰੱਖਦਾ ਜਿਵੇਂ ਕਿ ਟਿਲਿੰਗ ਕਰਨਾ ਜਿਵੇਂ ਆਪਾਂ ਲੈਂਡ ਤਿਆਰ ਕਰਦੇ ਹਾਂ ਜ਼ਮੀਨ ਤਿਆਰ ਕਰਦੇ ਹਾਂ ਬੀਜ ਬੋਣ ਤੋਂ ਪਹਿਲਾਂ ਉੱਥੇ ਆਮ ਜ਼ਿੰਦਗੀ ਬਤੀਤ ਕਰਨਾ ਫਿਰ ਉਸ ਤੋਂ ਬਾਅਦ ਵਿਆਹ ਕਰਾਉਣਾ ਮੱਕੀ ਜਿਹੜੀ ਹੈਗੀ ਹੈ ਉਹਦੇ ਖੇਤਾਂ ਵਿੱਚ ਕੰਮ ਕਰਨਾ ਠੀਕ ਹੈ ਜੱਦੀ ਘਰ ਦੇ ਵਿੱਚ ਰਹਿਣਾ ਵਿਆਹ ਕਰਨਾ ਇਹ ਸਭ ਕੁਝ ਕੰਮ ਉਹ ਆਮ ਤੌਰ ਤੇ ਜਿਹੜੇ ਉਹਦੇ ਪੁਰਖੇ ਕਰਦੇ ਸੀ ਉਹ ਵੀ ਉਹੀ ਕਰਦਾ. ਅੱਗੇ ਹਾਊ ਕੁਡ ਦੀ ਐਸਟ੍ਰੋਲੋਜਰ ਗੈਸ ਹਿਸ ਕਲਾਇੰਟਸ ਪ੍ਰੋਬਲਮਸ ਉਹ ਜਿਹੜਾ ਜੋਤਸ਼ੀ ਸੀ ਉਹ ਆਪਣੇ ਗਾਹਕਾਂ ਦੀ ਸਮੱਸਿਆ ਨੂੰ ਕਿਵੇਂ ਮਤਲਬ ਗੈਸ ਕਰ ਲੈਂਦਾ ਸੀ. The astrologer did not know anything of the stars or astrology. ਉਹਨੂੰ ਆਪਣੇ ਪੇਸ਼ੇ ਬਾਰੇ ਤਾਰਿਆਂ ਬਾਰੇ ਜੋ ਜੋਤਸ਼ੀ ਨੂੰ ਪਤਾ ਹੁੰਦਾ ਹੈ ਉਹਨੂੰ ਬਿਲਕੁਲ ਨਹੀਂ ਪਤਾ ਸੀ. It was only a matter of practice and guesswork for him. ਤੇ ਸਿਰਫ ਇੱਕ ਅਭਿਆਸ ਤੇ ਆਪਾਂ ਕਹਿ ਸਕਦੇ ਹਾਂ guesswork ਅੰਦਾਜ਼ਾ ਲਾਉਣ ਦੇ ਕੰਮ ਤੇ ਹੀ ਉਹਦਾ ਕੰਮ ਚੱਲ ਰਿਹਾ ਸੀ. He would always say things which pleased his customers. ਤੇ ਅਕਸਰ ਜਦ ਤੁਸੀਂ ਆਪਣਾ ਭਵਿੱਖ ਪੁੱਛਣ ਜਾਂਦੇ ਹੋ ਤੁਸੀਂ ਉਹੀ ਗੱਲਾਂ ਸੁਣਨੀਆਂ ਚਾਹੁੰਦੇ ਹੋ ਨਾ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲੇ ਤੇ ਉਹ ਵੀ ਉਹੀ ਗੱਲਾਂ ਕਰਦਾ ਸੀ ਜਿਹਦੇ ਨਾਲ ਉਹਦੇ ਗਾਹਕ ਖੁਸ਼ ਰਹਿਣ. First, he would let a customer speak for at least 10 minutes. ਪਹਿਲਾਂ ਉਹ ਕਹਿੰਦਾ ਸੀ ਗਾਹਕ ਜਿਹੜਾ ਹੈ 10 ਮਿੰਟ ਬੋਲਦਾ ਸੀ. It gave him enough stuff for the answers. ਤੇ ਫਿਰ ਉਹਦੇ ਕੋਲ ਕਾਫੀ ਸਵਾਲਾਂ ਦੇ ਜਵਾਬ ਪਹਿਲਾਂ ਹੀ ਹੋ ਜਾਂਦੇ ਸੀ ਮਿਲ ਜਾਂਦੇ ਸੀ ਉਹਨਾਂ ਦੇ ਗਿਆਨ ਤੋਂ. ਅੱਗੇ what was the challenge thrown by the client to the astrologer? ਉਹ ਇੱਕ ਗਾਹਕ ਜਿਹੜਾ ਆਇਆ ਉਹਨੇ ਜੋਤਸ਼ੀ ਨੂੰ ਕਿਸ ਚੀਜ਼ ਦੀ ਚੁਣੌਤੀ ਦਿੱਤੀ?
The client said to the astrologer that he had to ask some questions and that he was ready to pay the price he wanted. वो कहता भी मैं कुछ सवाल पूछने ने ते जे तुसी जवाब देता तो मैं कोई भी कीमत देने ਲਈ ਤਿਆਰ ਹਾਂ ਉਹਦੀ. But he challenged the astrologer that if he was found bluffing, he would have to return his money with interest. ਪਰ ਉਹ ਕਹਿੰਦਾ ਵੀ ਜੇਕਰ ਮੈਨੂੰ ਇਹ ਲੱਗਿਆ ਵੀ ਤੂੰ ਗੱਪਾ ਮਾਰ ਰਿਹਾ, ਫੜੀਆਂ ਮਾਰ ਰਿਹਾ, ਐਸਟ੍ਰੋਲੋਜਰ ਨੂੰ ਕਿਹਾ ਜੋਤਸ਼ੀ ਨੂੰ, ਤਾਂ ਤੈਨੂੰ ਉਹ ਸਾਰੇ ਦੇ ਸਾਰੇ ਪੈਸੇ ਇੰਟਰਸਟ ਦੇ ਨਾਲ ਮੈਨੂੰ ਵਾਪਸ ਕਰਨੇ ਪੈਣਗੇ. ਅੱਗੇ, how could the astrologer rightly guess the past of the client? ਉਹ ਜਿਹੜਾ ਜੋਤਸ਼ੀ ਸੀ, ਉਸ ਗਾਹਕ ਦਾ ਜਿਹਨੇ ਉਹਨੂੰ ਚੈਲੰਜ ਕੀਤਾ ਸੀ, ਚੁਣੌਤੀ ਦਿੱਤੀ ਸੀ, ਉਹਦੇ ਅਤੀਤ ਬਾਰੇ ਉਹਨੇ ਸਹੀ ਗੈਸ ਕਿਵੇਂ ਲਾ ਲਿਆ? The astrologer already knew that client. ਉਹ ਪਹਿਲਾਂ ਤੋਂ ਹੀ ਉਸ ਗਾਹਕ ਨੂੰ ਜਾਣਦਾ ਸੀ. He was the same man, Guru Nayak, whom the astrologer had stabbed a few years ago in the village. ਇਹ ਉਹੀ ਬੰਦਾ ਸੀ ਗੁਰੂ ਨਾਇਕ ਜਿਹਨੂੰ ਆਪਣੇ ਪਿੰਡ ਦੇ ਵਿੱਚ ਉਹਨੇ ਮਾਰਿਆ ਸੀ ਉਹਦੇ ਹਿਸਾਬ ਨਾਲ ਕੁਝ ਸਾਲ ਪਹਿਲਾਂ, ਮਤਲਬ ਜੋਤਸ਼ੀ ਦੇ ਹਿਸਾਬ ਨਾਲ. He had pushed the man into a well and left him for dead. ਉਹਨੇ ਉਹਨੂੰ ਖੂਹ ਦੇ ਵਿੱਚ ਸਿੱਟਤਾ ਸੀ ਤੇ ਉਹਨੂੰ ਉੱਥੇ ਮਰਨ ਲਈ ਛੱਡ ਦਿੱਤਾ ਸੀ. That was why he could rightly guess the past of that client. ਇਸੇ ਕਰਕੇ ਕਿਉਂਕਿ ਉਹ ਬੰਦੇ ਨੂੰ ਜਾਣ ਗਿਆ ਸੀ, ਇਸੇ ਕਰਕੇ ਉਹਦੇ ਅਤੀਤ ਬਾਰੇ ਉਹਨੇ ਸਹੀ ਜਾਣਕਾਰੀ ਦੇ ਦਿੱਤੀ. ਠੀਕ ਹੈ, ਤੇ ਇਹੀ ਕਾਰਨ ਸੀ ਕਿ ਉਹਨੂੰ ਇਹ ਲੱਗਿਆ ਸੀ ਮੈਂ ਬੰਦੇ ਨੂੰ ਮਾਰਿਆ ਵੀ ਉਹ ਪਿੰਡ ਛੱਡ ਕੇ ਚਲਾ ਗਿਆ ਸੀ. What did the astrologer tell his wife? ਜੋਤਸ਼ੀ ਨੇ ਆਪਣੀ ਪਤਨੀ ਨੂੰ ਕੀ ਦੱਸਿਆ? He told his wife that a great load was gone from him. ਵੀ ਮੇਰੇ ਉੱਤੋਂ ਬਹੁਤ ਜ਼ਿਆਦਾ ਜਿਹੜਾ ਇੱਕ ਬੋਝ ਸੀ ਉਹ ਸਿਰ ਤੋਂ ਲੱਥ ਗਿਆ ਹੈ. All these years he had thought that he had the blood of a man on his hands. ਵੀ ਇੰਨੇ ਸਾਲਾਂ ਤੱਕ ਉਹਨੂੰ ਇਹ ਲੱਗ ਰਿਹਾ ਸੀ ਕਿ ਉਹਨੇ ਕਿਸੇ ਬੰਦੇ ਦਾ ਖੂਨ ਕੀਤਾ. And it was for this reason that he had run away from his village. He is alive, he said. ਤੇ ਕਹਿੰਦਾ ਇਸੇ ਕਰਕੇ ਮੈਂ ਪਿੰਡ ਛੱਡ ਕੇ ਭੱਜਿਆ ਸੀ, ਪਰ ਅੱਜ ਪਤਾ ਲੱਗਿਆ ਵੀ ਉਹ ਜਿਹੜਾ ਬੰਦਾ ਜਿਹਨੂੰ ਮੈਂ ਲੱਗ ਰਿਹਾ ਸੀ ਮੈਨੂੰ ਵੀ ਉਹ ਮਰ ਗਿਆ, ਬਟ ਉਹ ਜਿੰਦਾ. ਅੱਗੇ ਹੈਗੇ ਨੇ ਲੌਂਗ ਆਨਸਰ ਟਾਈਪ ਕੁਐਸਚਨਸ. ਪਹਿਲਾ ਹੈਗਾ ਰਾਈਟ ਇਨ ਬਰੀਫ ਅ ਕੈਰੈਕਟਰ ਸਕੈਚ ਆਫ ਦ ਐਸਟ੍ਰੋਲੋਜਰ. ਕਹਿਣ ਦਾ ਮਤਲਬ ਸੰਖੇਪ ਦੇ ਵਿੱਚ ਤੁਸੀਂ ਉਹਦਾ ਇੱਕ ਕੈਰੈਕਟਰ ਸਕੈਚ ਦੱਸੋ ਜੋਤਸ਼ੀ ਦਾ, ਵੀ ਉਹ ਕਿਹੋ ਜਿਹਾ ਬੰਦਾ ਸੀ, ਕੀ ਕਰਦਾ ਸੀ, ਜੋ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਉਹ ਤੁਸੀਂ ਇੱਥੇ ਲਿਖਣੀ. ਤੇ ਇੱਥੇ ਮੈਂ ਆਨਸਰ ਲਿਖਿਆ ਤੇ ਐਸਟ੍ਰੋਲੋਜਰ ਬਿਲੋਂਗ ਟੂ ਅ ਵਿਲੇਜ. ਉਹ ਜੋਤਸ਼ੀ ਜਿਹੜਾ ਸੀ ਇੱਕ ਪਿੰਡ ਦਾ ਰਹਿਣ ਵਾਲਾ ਸੀ. His forefathers were farmers. ਉਸਦੇ ਪਿਓ ਦਾਦੇ ਕਿਸਾਨ ਸੀਗੇ. He too would have become a farmer if he had continued living in the village. ਤੇ ਜੇ ਉਹ ਪਿੰਡ ਦੇ ਵਿੱਚ ਹੀ ਰਹਿੰਦਾ ਤਾਂ ਉਹ ਵੀ ਉਹਨਾਂ ਦਾ ਜਿਹੜਾ ਕੰਮ ਸੀ ਉਹਨੂੰ ਅੱਗੇ ਲੈ ਕੇ ਜਾਂਦਾ, ਖੇਤੀਬਾੜੀ ਹੀ ਕਰਦਾ. He was then a silly youth. ਉਸ ਟਾਈਮ ਤੇ ਉਹ ਬੇਵਕੂਫ ਇੱਕ ਜਵਾਨ ਮੁੰਡਾ ਸੀ ਜਿਹੜਾ ਬੇਵਕੂਫ ਸੀ. One day he drank, gambled and quarreled badly. ਤੇ ਇੱਕ ਦਿਨ ਉਸਨੇ ਸ਼ਰਾਬ ਪੀਤੀ, ਜੂਆ ਖੇਡਿਆ ਤੇ ਬੁਰੀ ਤਰ੍ਹਾਂ ਝਗੜਾ ਵੀ ਕੀਤਾ. He stabbed the man and left him for dead. ਕਿ ਉਹਨੇ ਇੱਕ ਬੰਦੇ ਨੂੰ ਖੂਹ ਦੇ ਵਿੱਚ ਸਿੱਟਿਆ ਤੇ ਉਹਨੂੰ ਉੱਥੇ ਮਰਨ ਲਈ ਛੱਡ ਕੇ ਉੱਥੋਂ ਨਿਕਲ ਗਿਆ. He ran away to the town. ਉੱਥੋਂ ਭੱਜ ਗਿਆ, ਉਹ ਸ਼ਹਿਰ ਪਹੁੰਚ ਗਿਆ. There he became an astrologer. ਮਤਲਬ ਉਹਦੇ ਪਾਸਟ ਬਾਰੇ ਇਹ ਹੈਗਾ ਵੀ ਭੱਜ ਕੇ ਉੱਥੋਂ ਉਹ ਇੱਕ ਜੋਤਸ਼ੀ ਬਣ ਗਿਆ. However, he had no knowledge of astrology. ਹਾਲਾਂਕਿ ਉਹਨੂੰ ਜੋਤਸ਼ੀ ਬਾਰੇ ਕੋਈ ਗਿਆਨ ਨਹੀਂ ਸੀ, ਤਾਰਿਆਂ ਬਾਰੇ, ਭਵਿੱਖ ਬਾਰੇ ਕੋਈ ਨੌਲੇਜ ਨਹੀਂ ਸੀ. He did his job through guesswork only. ਤੇ ਉਹ ਆਪਣਾ ਕੰਮ ਸਿਰਫ ਅੰਦਾਜ਼ੇ ਨਾਲ ਹੀ ਕਰਦਾ ਸੀ. Yet he was very successful. ਪਰ ਫਿਰ ਵੀ ਉਹ ਇਸ ਵਿੱਚ ਕਾਫੀ ਸਫਲ ਰਿਹਾ. He wore such a dress that he at once attracted the eyes of others. ਉਹ ਇਹ ਜਿਹਾ ਪਹਿਰਾਵਾ ਪਾਉਂਦਾ ਸੀ ਕਿ ਲੋਕ ਉਹਨੂੰ ਦੇਖ ਕੇ ਆਪੇ ਖਿੱਚੇ ਆਉਂਦੇ ਸੀ ਉਹਦੇ ਕੋਲ. His forehead was marked with sacred ash and vermilion. ਮਤਲਬ ਉਹਦੇ ਸਿਰ ਦੇ ਉੱਤੇ, ਮੱਥੇ ਦੇ ਉੱਤੇ ਪਵਿੱਤਰ ਸਵਾ ਜਾਂ ਆਪਾਂ ਕਹਿ ਸਕਦੇ ਹਾਂ ਸਿੰਦੂਰ ਦਾ ਨਿਸ਼ਾਨ ਸੀ. He wore a saffron colored turban around his head. ਉਹਦੇ ਸਿਰ ਦੇ ਉੱਤੇ saffron color ਦੀ ਪਗੜੀ ਹੁੰਦੀ ਸੀ. The astrologer was very clever and tactful also. ਕਿਉਂਕਿ ਜੋਤਸ਼ੀ ਸੀ ਤੇ ਉਹ ਬਹੁਤ ਹੁਸ਼ਿਆਰ ਸੀ, ਚਲਾਕ ਸੀ. He always said things that pleased his customers. ਉਹੀ ਗੱਲਾਂ ਕਰਦਾ ਸੀ ਜੋ ਉਹਦੇ ਗਾਹਕਾਂ ਨੂੰ ਖੁਸ਼ ਰੱਖਦੀਆਂ ਸਨ. First, he would let a customer speak for at least 10 minutes. ਪਹਿਲਾਂ ਉਹ ਆਪਣੇ ਗਾਹਕ ਨੂੰ 10 ਮਿੰਟ ਲਈ ਬੋਲਣ ਦਿੰਦਾ ਸੀ. It gave him enough stuff for the answers. ਜਿਹਦੇ ਨਾਲ ਉਹਦੇ ਕਾਫੀ ਜਿਹੜੇ ਡਾਊਟ ਸੀ ਉਸ ਬੰਦੇ ਬਾਰੇ ਕਲੀਅਰ ਹੋ ਜਾਂਦੇ ਸੀ. He would look at the palm of his customer and say, "You are not getting the fullest result of your efforts." ਫਿਰ ਉਹਦਾ ਹੱਥ ਦੇਖ ਕੇ ਕਹਿੰਦਾ ਵੀ ਤੁਸੀਂ ਜਾਂ ਤੁਹਾਨੂੰ ਆਪਣੀ ਕੋਸ਼ਿਸ਼ਾਂ ਦਾ ਪੂਰਾ ਜਿਹੜਾ ਨਤੀਜਾ ਉਹ ਮਿਲ ਨਹੀਂ ਰਿਹਾ, ਜਾਂ ਕਹਿੰਦਾ ਸੀ there is a woman in your family. ਤੁਹਾਡੇ ਪਰਿਵਾਰ ਦੇ ਵਿੱਚ ਇੱਕ ਔਰਤ ਹੈਗੀ ਹੈ
who is not well disposed towards you, जो ਤੁਹਾਡੇ ਵੱਲ मतलब ਇੰਨੇ ਤਰੀਕੇ ਨਾਲ ਚੰਗੀ ਤਰ੍ਹਾਂ ਸਮਰਪਿਤ ਨਹੀਂ ਹੈਗੀ ਆ, it is not your fault but that of your stars, ਇਹ ਤੁਹਾਡੀ ਗਲਤੀ ਨਹੀਂ ਹੈ, ਤੁਹਾਡੇ ਤਾਰਿਆਂ ਦੀ ਗਲਤੀ ਹੈ, ਜਿਹੀਆਂ ਗੱਲਾਂ ਕਰਦਾ ਸੀ। Such answers at once endeared the astrologer to his customers, ਤੇ ਅਜਿਹੇ ਜਵਾਬ ਜਿਹੜੇ ਸੀ, ਗੱਲਬਾਤ ਸੀ, ਉਹ ਆਪ ਹੀ ਜਿਹੜੇ ਹੈਗੇ ਨੇ ਲੋਕਾਂ ਨੂੰ ਉਹਦੇ ਨਾਲ ਪਿਆਰ ਕਰਨ ਲਈ ਮਜਬੂਰ ਕਰਦੇ ਸੀ, ਵਿਸ਼ਵਾਸ ਹੋ ਜਾਂਦਾ ਸੀ ਉਹਦੇ ਉੱਤੇ। ਅੱਗੇ explain briefly the sting in the tale contained in the story, ਇਸ ਕਹਾਣੀ ਦੇ ਵਿੱਚ ਯੂਜ਼ ਕੀਤਾ ਗਿਆ ਇੱਕ idiom ਜੋ ਕਿ ਹੈਗਾ a sting in the tail, ਇਹਨੂੰ ਤੁਸੀਂ explain ਕਰਨਾ, ਇਹਦਾ ਮਤਲਬ ਕੀ ਹੈਗਾ। a sting in the tail कहने का मतलब पूंछ दे विच एक डंक is an idiom, एक मुहावरा है that means an unpleasant feature or event that comes at the end of the story and spoils it। कहने का मतलब कहानी वधिया जा रही सी पर ਉਹਦੇ ਅਖੀਰ ਦੇ ਵਿੱਚ टेल ਪਿੱਛੇ ਹੀ ਹੁੰਦੀ ਹੈ, ਉਹਦੇ ਵਿੱਚ ਐਂਡ ਦੇ ਵਿੱਚ ਇੱਕ ਬੁਰੀ ਚੀਜ਼ ਜਾਂ ਤੁਸੀਂ ਕਹਿ ਸਕਦੇ ਹੋ ਕੋਈ ਵਿਗਾੜਨ ਵਾਲੀ ਚੀਜ਼ ਆ ਜਾਂਦੀ ਹੈ। ਸਭ ਕੁਝ ਠੀਕ ਜਾ ਰਿਹਾ ਸੀ, ਪਿੱਛੇ ਆ ਕੇ खत्म हो जाती है ना, खराब हो जाती है, जिवें मूवी देखण जांदे आ एंड दे विच तुसीं कहंदे हो क्लाइमैक्स वधिया नहीं सी, वो चीज़। From this point of view I don't think there is any sting in the tail in this story, मतलब ये idiom दे हिसाब नाल मैनूं नहीं लगदा भी ये कहानी खराब हुई है एंड दे विच जाके। Rather at the end of the story its main character is filled with relief, सगों अंत दे विच जिहड़ा मुख पात्र है जोशी, ओह एक तरीके दे नाल ओहनूं शांति मिलदी है कि हाय जिहड़ा बंदा मैं मारिया सी मैनूं ये लगदा है भी वो मरिया नहीं है, उहनूं ये पता लगदा है he has been relieved of a great burden, उहनूं काफ़ी बोझ जिहड़ा सी उहदे सिर ते इन्ने सालां तो उहनूं वो सौखा हो गया, उतर गया। Yes, there is an unexpected event in the story when the astrologer was encountered with Guru Nayak। हाँ, कहानी दे विच एक अनएक्सपैक्टेड जो तुसी उम्मीद नहीं करदे हो टर्न आया सी, वो इवेंट आया सी जब जोशी गुरु नायक नूं मिलिया सी, जिन्हों उहने इदां लगदा सी भी खूह विच सिटदा सी, मारदा सी। Guru Nayak was the same man who the astrologer had stabbed a few years ago, ਇਹ ਉਹੀ ਬੰਦਾ ਸੀ ਜਿਹਨੂੰ ਗੁਰੂ ਨਾਇਕ ਨੂੰ ਜੋਸ਼ੀ ਨੇ ਮਾਰਿਆ ਸੀ, ਸੁੱਟਿਆ ਸੀ ਖੂਹ ਦੇ ਵਿੱਚ। It had become quite dark when a man came to the astrologer, काफी रात हो गई सी जब ये जोशी कोल आया। As the man lit a cheroot, the astrologer saw his face by the match light, ते जिवें ही उस आदमी ने एक तरीके नाल cheroot जिहड़ा हैगा वो जगाया। ਇੱਥੇ ਚੇਰੂਟ ਦਾ ਮਤਲਬ ਹੁੰਦਾ ਸਿਗਾਰ ਜਿਹੜਾ ਹੁੰਦਾ, ਜਦੋਂ ਉਹਨੇ ਉਹ ਜਲਾਇਆ ਤਾਂ ਜਦ ਮਾਚਿਸ ਬਾਲੀ ਤਾਂ ਉਹਦੀ ਸ਼ਕਲ ਦਿਖਾਈ ਦਿੱਤੀ ਕਿਉਂਕਿ ਰਾਤ ਸੀਗੀ। He tried to get rid of him, ਤੇ ਜੋਸ਼ੀ ਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਉਹ ਉਹਦੇ ਤੋਂ ਪੱਲਾ ਛੁਡਾ ਲੇ, but the man didn't let him go, but ਆਦਮੀ ਨੇ ਉਹਨੂੰ ਜਾਣ ਨਹੀਂ ਦਿੱਤਾ, ਹੈ ਨਾ। Finding himself helpless, the astrologer agreed to answer his questions, मतलब अपने आप ਨੂੰ एक तरीके नाल बेबस दा जिहा महसूस करते हुए उन्हें कहा भी चल ठीक है हुण पुछ जो तू पुछना है ना। He told the man how he was once stabbed and left for dead, ते फिर उन्हें जोशी ने दस्सिया भी किस तरीके नाल तैनूं किसी ने मारन दी कोशिश कीती सी ते उत्थे ही मरन लई छड्ड दित्ता सी। He warned the man that there was again a great danger to his life and so he should never travel away from his home, ते उन्होंने ये भी दस्सिया भी अजे भी तेरी जान नूं खतरा है ते अपने घर तो ज़्यादा दूर ना जाए। He also told that the man who had stabbed him had been crushed to death under a lorry, ਤੇ ਉਹਨੇ ਇਹ ਵੀ ਦੱਸਿਆ ਵੀ ਜਿਹੜੇ ਬੰਦੇ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨਾ, ਖੂਹ ਦੇ ਵਿੱਚ ਸਿੱਟਿਆ ਸੀ, ਉਹ ਆਪ ਮਰ ਗਿਆ। ਕਿਵੇਂ ਮਰ ਗਿਆ? ਮਤਲਬ ਇੱਕ ਵਾਹਨ ਦੇ ਥੱਲੇ ਆ ਕੇ, ਲੌਰੀ ਕੀ ਹੁੰਦੀ ਹੈ ਜਿਹਦੇ ਵਿੱਚ ਗੁੱਡਸ ਜਾਂਦੇ ਨੇ, ਸਮਾਨ ਜਾਂਦਾ ਹੈ ਵੱਡੇ ਵੱਡੇ ਟਰੱਕਾਂ ਦੇ ਵਿੱਚ, ਉਹਨੂੰ ਲੌਰੀ ਕਹਿੰਦੇ ਆ। ਵੀ ਉਹਦੇ ਹੇਠਾਂ ਆ ਕੇ ਉਹਦੀ ਆਪਣੀ ਮੌਤ ਹੋ ਗਈ ਸੀ ਬੰਦੇ ਦੀ ਜਿਹਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। The man gave the astrologer a handful of coins and went away satisfied, ਤੇ ਇਹ ਸੁਣ ਕੇ ਉਸ ਬੰਦੇ ਨੇ ਉਹਨੂੰ ਮੁੱਠੀ ਭਰ ਕੇ ਸਿੱਕੇ ਦਿੱਤੇ ਤੇ ਫਿਰ ਸੰਤੁਸ਼ਟ ਹੋ ਕੇ ਜਵਾਬ ਮਿਲ ਗਿਆ ਉਹਨੂੰ, ਉਹ ਉੱਥੋਂ ਚਲਾ ਗਿਆ। Third question, how did the astrologer finally have his day? Explain। ਆਖਰ ਦੇ ਵਿੱਚ ਜੋਸ਼ੀ ਦਾ ਦਿਨ ਕਿਵੇਂ ਰਿਹਾ ਸੀ, ਇਹਦੇ ਬਾਰੇ ਤੁਸੀਂ explain ਕਰਨਾ। It had become quite dark when a man came to the astrologer, काफी रात हो गई सी जदों आदमी गाहक जिहड़ा उस जोशी कोल आया। He was Guru Nayak whom the astrologer had stabbed a few years ago, ਇਹ ਉਹੀ ਬੰਦਾ ਸੀ ਗੁਰੂ ਨਾਇਕ ਜਿਹਨੂੰ ਕੁਝ ਸਾਲ ਪਹਿਲਾਂ ਪਿੰਡ ਦੇ ਵਿੱਚ ਜੋਸ਼ੀ ਨੇ ਮਾਰ ਸੁੱਟਿਆ ਸੀ। ਠੀਕ ਹੈ,
ਅੱਗੇ ਕਿਹਾ ਗਿਆ ਹੈ the astrologer took him for a common customer, ਤੇ ਜੋਤਸ਼ੀ ਨੂੰ ਲੱਗਿਆ ਵੀ ਆਮ ਗਾਹਕ ਜਿਵੇਂ ਆਉਂਦੇ ਨੇ ਇਹ ਵੀ ਉਹੀ ਹੈ। but when the man lit a cheroot, but ਜਦ ਉਹਨੇ ਸਿਗਾਰ ਜਲਾਈ the astrologer saw his face by the match light, ਮਾਚਿਸ ਤੋਂ ਉਹਦੀ ਸ਼ਕਲ ਦਿਖਾਈ ਦਿੱਤੀ। he at once knew who that man was, ਜੋਤਸ਼ੀ ਨੂੰ ਇੱਕ ਵਾਰੀ ਪਤਾ ਚੱਲ ਗਿਆ ਵੀ ਇਹ ਆਦਮੀ ਕੌਣ ਸੀ। he tried to get rid of him saying that he was getting late, ਜੋਤਸ਼ੀ ਨੇ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਵੀ ਚਲਾ ਜਾ ਮੈਂ ਲੇਟ ਹੋ ਰਿਹਾ ਅੱਜ ਨਹੀਂ ਇਹ ਨਹੀਂ ਹੋਣੀ, but the man did not let him go, but ਆਦਮੀ ਨੇ ਜੋਤਸ਼ੀ ਨੂੰ ਨਹੀਂ ਜਾਣ ਦਿੱਤਾ। he said that the astrologer would have to answer his question, ਉਹਨੇ ਕਿਹਾ ਵੀ ਜੋਤਸ਼ੀ ਤੈਨੂੰ ਤਾਂ ਹੁਣ ਜਵਾਬ ਦੇਣੇ ਪੈਣੇ ਮੇਰੇ ਸਵਾਲਾਂ ਦੇ। Finding himself helpless, the astrologer agreed to answer the man's question, ਆਪਣੇ ਆਪ ਨੂੰ ਬੇਬਸ ਸਥਿਤੀ ਵਿੱਚ ਪਾ ਕੇ ਉਹਨੂੰ ਫੋਰਸ ਕੀਤਾ ਗਿਆ ਵੀ ਹੁਣ ਤਾਂ ਉਹ ਜਵਾਬ ਦੇਗਾ ਹੀ ਦੇਗਾ। but he said that he would charge 1 rupee for it, but ਉਹ ਜੋਤਸ਼ੀ ਕਹਿੰਦਾ ਵੀ ਸ਼ਾਇਦ ਪੈਸੇ ਕਰਕੇ ਉਹ ਭਾਜੇ ਵੀ ਮੈਂ 1 ਰੁਪਿਆ ਲਵਾਂਗਾ ਜੇ ਮੈਂ ਦੱਸਾਂਗਾ ਕੁਝ। the man agreed to it, ਬੰਦਾ ਕਹਿੰਦਾ ਕੋਈ ਗੱਲ ਨਹੀਂ ਲੈ ਲਈ। now the astrologer told the man how he was once stabbed and left for dead, ਤੇ ਹੁਣ ਜੋਤਸ਼ੀ ਤਾਂ ਉਹਨੂੰ ਜਾਣਦਾ ਸੀ ਤੇ ਉਹ ਕਹਿੰਦਾ ਮੈਨੂੰ ਪਤਾ ਹੈ ਤੈਨੂੰ ਕਿਸੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਮਰਦਾ ਹੋਇਆ ਛੱਡ ਦਿੱਤਾ। the astrologer addressed the man by his name and said he knew everything about him, ਤੇ ਉਹਨੇ ਉਹਦਾ ਨਾਮ ਤੱਕ ਲੈ ਲਿਆ ਤੇ ਕਿਹਾ ਮੈਨੂੰ ਤੇਰੇ ਬਾਰੇ ਸਭ ਕੁਝ ਪਤਾ ਹੈ ਬੇਟਾ। he added that there was once again a grave danger to his life, and so he must go back to his village at once and never travel southward, ਤੇ ਉਹਨੇ ਕਿਹਾ ਵੀ ਅਜੇ ਵੀ ਤੇਰੀ ਜਾਨ ਨੂੰ ਖਤਰਾ ਹੈਗਾ ਆਪਣਾ ਪਿੰਡ ਨਾ ਛੱਡੀ ਸਾਊਥ ਵੱਲ ਨਾ ਆਈ। he also said that the man who had stabbed him had been crushed to death under a lorry, ਉਹ ਕਹਿੰਦਾ ਵੀ ਜਿਹੜੇ ਬੰਦੇ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਦੀ ਆਪਣੀ ਮੌਤ ਹੋ ਗਈ ਗੱਡੀ ਥੱਲੇ ਆ ਕੇ ਜਿਹੜੀ ਸਮਾਨ ਲੈ ਕੇ ਜਾਂਦੀ ਹੈ ਵੱਡੇ ਵੱਡੇ ਜਿਹੜੇ ਟਰੱਕ ਹੁੰਦੇ ਨੇ। the man felt satisfied, gave the astrologer a handful of coins and went away in the night, ਤੇ ਬੰਦਾ ਬੜਾ ਖੁਸ਼ ਹੋਇਆ ਉਹਨੇ ਉਹਨੂੰ ਮੁੱਠੀ ਭਰ ਕੇ ਸਿੱਕੇ ਦਿੱਤੇ ਤੇ ਰਾਤ ਨੂੰ ਉੱਥੋਂ ਚਲਾ ਗਿਆ। thus the astrologer finally had his day, ਤੇ ਆਪਾਂ ਕਹਿ ਸਕਦੇ ਇਸ ਤਰੀਕੇ ਦਾ ਉਹਦਾ ਦਿਨ ਬੀਤਿਆ। ਅੱਗੇ summarize the relationship between the astrologer and his client, ਮਤਲਬ ਗਾਹਕਾਂ ਤੇ ਜੋਤਸ਼ੀ ਦੇ ਵਿੱਚ ਕਿਸ ਤਰੀਕੇ ਦਾ ਰਿਸ਼ਤਾ ਸੀ ਉਹਦੇ ਬਾਰੇ ਗੱਲਬਾਤ ਕਰੋ। the astrologer did not know anything of the stars or astrology, ਜੋਤਸ਼ੀ ਨੂੰ ਤਾਰਿਆਂ ਬਾਰੇ ਜੋਤਿਸ਼ ਬਾਰੇ ਕੁਝ ਨਹੀਂ ਪਤਾ ਸੀ। he knew as little of it as his clients, ਜਿੰਨਾ ਕਿ ਉਹਦੇ ਗਾਹਕਾਂ ਨੂੰ ਪਤਾ ਸੀ ਉਨਾ ਹੀ ਗਿਆਨ ਉਹਨੂੰ ਸੀ। it was only a matter of practice and guesswork for him, ਇਹ ਜੋ ਕੰਮ ਕਰ ਰਿਹਾ ਸੀ ਉਹ ਸਿਰਫ ਅਭਿਆਸ ਤੇ ਅੰਦਾਜ਼ੇ ਦੇ ਤੌਰ ਤੇ ਕਰ ਰਿਹਾ ਸੀ। he would always say things which pleased his clients, ਉਹੀ ਗੱਲਾਂ ਕਰਦਾ ਸੀ ਜਿਹਦੇ ਨਾਲ ਉਹਦੇ ਗਾਹਕ ਖੁਸ਼ ਹੁੰਦੇ ਸੀ। first he would let a client speak for at least 10 minutes, ਪਹਿਲਾਂ ਉਹ ਆਪਣੇ ਗਾਹਕ ਨੂੰ 10 ਮਿੰਟ ਲਈ ਬੋਲਣ ਦਿੰਦਾ ਸੀ। it gave him enough stuff for the answers, ਤੇ ਉਹਦੇ ਨਾਲ ਉਹਦੇ ਕੋਲ ਨਾ ਕਾਫੀ ਸਵਾਲਾਂ ਦੇ ਜਵਾਬ ਮਿਲ ਜਾਂਦੇ ਸੀ। ਉਸ ਤੋਂ ਬਾਅਦ he would gaze at the palm of his customers and say, ਫਿਰ ਉਹਨਾਂ ਦੇ ਹੱਥਾਂ ਵੱਲ ਦੇਖ ਕੇ ਅਲੱਗ-ਅਲੱਗ ਚੀਜ਼ਾਂ ਕਹਿੰਦਾ ਸੀ, ਜਿਵੇਂ ਕਹਿੰਦਾ ਸੀ in many ways you are not getting the fullest results of your efforts, ਵੀ ਕਾਫੀ ਤਰੀਕਿਆਂ ਵਿੱਚ ਮੈਂ ਦੱਸ ਸਕਦਾ ਤੁਹਾਡੀ ਮਿਹਨਤ ਦਾ ਪੂਰਾ ਫਲ ਨਹੀਂ ਤੁਹਾਨੂੰ ਮਿਲ ਰਿਹਾ, ਜਾਂ it is a thing that each one feels to be true, ਇਹ ਉਹੀ ਗੱਲ ਹੈ ਹਰ ਕਿਸੇ ਨੂੰ ਇਹ ਲੱਗਦਾ ਵੀ ਅਜੇ ਮੈਨੂੰ ਹੋਰ ਫਲ ਮਿਲਣਾ ਚਾਹੀਦਾ। when he said this 9 out of 10 clients agreed with him, 10 ਵਿੱਚੋਂ ਬੰਦੇ ਤਾਂ ਹਾਮ ਹੀ ਭਰਨਗੇ ਹੀ ਨਾ। or he would try to hold some women in the client's family responsible for his troubles, ਜਾਂ ਉਹ ਕਹਿੰਦਾ ਸੀ ਤੁਹਾਡੇ ਘਰ ਵਿੱਚ ਇੱਕ ਔਰਤ ਹੈ ਜਿਹਦੇ ਕਰਕੇ ਤਰੱਕੀ ਨਹੀਂ ਹੋ ਰਹੀ ਜਾਂ ਇਹ ਪ੍ਰੋਬਲਮਸ ਆ ਰਹੀ ਹੈ, ਇਦਾਂ ਕਰਕੇ ਗੱਲਾਂ। ਕੀ ਕਹਿੰਦਾ ਸੀ he would say, is there a woman in your family, maybe a distant relative, who is not well disposed towards you, ਵੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਅਜਿਹੀ ਔਰਤ ਹੈਗੀ ਆ ਵੀ ਜਿਹੜੀ ਤੁਹਾਡੇ ਨਾਲ ਜ਼ਿਆਦਾ ਖੁਸ਼ ਨਹੀਂ ਹੈ, ਜੋ ਵੀ ਤੁਸੀਂ ਕਰਦੇ ਹੋ ਉਹਦੇ ਨਾਲ ਮਤਲਬ ਐਕਸੈਪਟ ਨਹੀਂ ਕਰਦੀ, ਲਾਈਕ ਨਹੀਂ ਕਰਦੀ। ਡਿਸਪੋਜ਼ ਦਾ ਮਤਲਬ ਇਹ ਹੈ ਵੀ ਪਸੰਦ ਨਹੀਂ ਕਰਦੀ, ਬੇਸ਼ੱਕ ਫੈਮਿਲੀ ਦੇ ਵਿੱਚ ਹੋਏ ਬੇਸ਼ੱਕ ਦੂਰ ਡਿਸਟੈਂਟ ਹੋਏ। ਸਮਟਾਈਮਸ ਹੀ ਵੁੱਡ ਪੁੱਟ ਦ ਬਲੇਮ ਔਨ ਮੈਨ ਸਟਾਰਸ, ਤੇ ਕਈ ਵਾਰ ਉਹ ਕਹਿੰਦਾ ਸੀ ਵੀ ਤੁਹਾਡੇ ਤਾਰੇ ਵਧੀਆ ਨਹੀਂ ਇਸੇ ਕਰਕੇ ਤਰੱਕੀ ਨਹੀਂ ਹੋ ਰਹੀ। he would say it's not your fault but that of your stars, ਜੋ ਕਹਿੰਦਾ ਸੀ ਤੁਹਾਡੀ ਗੱਲ ਮਤਲਬ ਜਿਹੜੀ ਤਰੱਕੀ ਨਹੀਂ ਹੋ ਰਹੀ ਇਹਦੇ ਵਿੱਚ ਤੁਹਾਡੀ ਗਲਤੀ ਨਹੀਂ ਹੈ, ਤੁਹਾਡੇ ਤਾਰਿਆਂ ਦੀ ਗਲਤੀ ਹੈ। such answers would at once endear the astrologer to his clients, ਤੇ ਇਹ ਜੀਆਂ ਗੱਲਾਂ ਜਦੋਂ ਕਰਦਾ ਸੀ ਤਾਂ ਇੱਕ ਵਾਰੀ ਦੇ ਵਿੱਚ
मतलब ਮਿੰਟਾਂ ਸਕਿੰਟਾਂ ਦੇ ਵਿੱਚ ਉਹ ਆਪਣੇ ਜਿਹੜੇ ਗਾਹਕ ਸੀ ਉਹਨਾਂ ਨੂੰ ਆਪਣੀ ਮੁੱਠੀ ਵਿੱਚ ਕਰ ਲੈਂਦਾ ਸੀ, ਆਪਾਂ ਕਹਿ ਸਕਦੇ ਹਾਂ। ਐਂਡੇਅਰ ਕਰਨ ਦਾ ਮਤਲਬ ਇਹ ਹੁੰਦਾ ਕਿਸੇ ਨੂੰ ਆਪਣੇ ਪ੍ਰਤੀ ਲਾਈਕ ਕਰਵਾਉਣਾ, ਠੀਕ ਹੈ। ਉਹ ਇਦਾਂ ਦੀਆਂ ਗੱਲਾਂ ਕਰਕੇ ਆਪਣੇ ਪ੍ਰਤੀ ਉਹਨਾਂ ਦੀ ਲਾਈਕਿੰਗ ਵਧਾ ਲੈਂਦਾ ਸੀ। ਅੱਗੇ, ਰਾਈਟ ਅ ਫਿਊ ਲਾਈਨਸ ਔਨ ਐਨ ਐਸਟ੍ਰੋਲੋਜਰ ਬਾय ਦ ਰੋਡ ਸਾਈਡ। ਇਹ ਜਿਹੜੀ ਟਾਈਟਲ ਹੈਗਾ ਵੀ ਜੋਤਸ਼ੀ ਸੜਕ ਦੇ ਕਿਨਾਰੇ ਬੈਠਦਾ ਸੀ, ਇਹਦੇ ਤੇ ਕੁਝ ਲਾਈਨਾਂ ਤੁਸੀਂ ਲਿਖਣੀਆਂ ਨੇ। We often see some astrologers sitting on the roadside near the public places. ਆਮ ਤੌਰ ਤੇ ਅਸੀਂ ਦੇਖਦੇ ਆ ਸੜਕ ਕਿਨਾਰੇ ਜਿੱਥੇ ਲੋਕ ਜਾਂਦੇ ਨੇ ਉਸ ਥਾਵਾਂ ਤੇ ਜੋਤਸ਼ੀ ਬੈਠੇ ਹੁੰਦੇ ਨੇ। These roadside astrologers are not the astrologers in true sense, but quacks. ਇਹ ਅਸਲ ਦੇ ਵਿੱਚ ਇਹ ਜੋਤਸ਼ੀ ਨਹੀਂ ਹੁੰਦੇ, ਸਗੋਂ ਠੱਗ ਹੁੰਦੇ ਨੇ। They, as we all know, do not know anything about the stars or astrology. ਇਹਨਾਂ ਨੂੰ ਤਾਰਿਆਂ ਬਾਰੇ, ਜੋਤਸ਼ੀ ਬਾਰੇ ਕੁਝ ਨਹੀਂ ਪਤਾ ਹੁੰਦਾ। They know as little of it as their customers. ਜਿੰਨਾ ਸਾਨੂੰ ਪਤਾ ਉਨਾ ਹੀ ਉਹਨਾਂ ਨੂੰ ਪਤਾ ਹੈ। An astrologer by the roadside does his job through guesswork and through common understanding of human psychology. मतलब अंदाजन इशारे कर करके, मतलब अंदाजा ला ला के, साइकोलॉजी पढ़ के वो guesswork करके थोड़ा future दसते ने। He is very tactful also. ते जेड़े हुंदे ने काफी tactful हुंदे ने, मतलब समझदार हुंदे ने, गल्ला कढवाण च वधिया हुंदे ने। He always says such things which please his customers. ਉਹੀ ਗੱਲਾਂ ਕਰਦੇ ਨੇ ਜਿਹਦੇ ਨਾਲ ਤੁਸੀਂ ਖੁਸ਼ ਹੋ ਜਾਓ। First, he lets his customers speak for some time. ਪਹਿਲਾਂ ਉਹ ਤੁਹਾਨੂੰ ਬੋਲਣ ਦਾ ਮੌਕਾ ਦਿੰਦੇ ਨੇ ਜਦ ਤੁਸੀਂ ਉਹਨਾਂ ਕੋਲ ਜਾਂਦੇ ਹੋ। It gives him enough stuff for the answers. ਉਹਦੇ ਕਾਫੀ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਉੱਥੇ ਹੀ ਉਹਨੂੰ। Then he gazes at the palm of his customers. मतलब ਇਹ ਆਮ ਤੌਰ ਤੇ ਦੱਸ ਰਹੇ ਆ ਆਪਾਂ ਜੋ ਕਹਾਣੀ ਵਿੱਚ ਦੇਖਿਆ ਕਿ ਆਮ ਤੌਰ ਤੇ ਜੋਤਸ਼ੀ ਕਿਵੇਂ ਹੁੰਦੇ ਨੇ। ਤੇ ਫਿਰ he would, मतलब ਉਹ ਹੱਥ ਦੀ ਤਲੀ ਵੱਲ ਦੇਖਦਾ ਹੈ ਕਸਟਮਰਸ ਦੀ and tells his usual stuff, ਜਿਹੜੀ ਆਮ ਗੱਲਾਂ ਨੇ ਉਹ ਦੱਸਦਾ ਹੈ ਕਿਵੇਂ। He says, in many ways you are not getting the fullest results of your efforts. ਵੀ ਕਾਫੀ ਤਰੀਕਿਆਂ ਵਿੱਚ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਫਲ ਨਹੀਂ ਮਿਲ ਰਿਹਾ ਤੁਹਾਡੀ ਮਿਹਨਤ ਦਾ। It is a thing that each one feels to be true. ਕਾਫੀ ਲੋਕਾਂ ਨੂੰ ਇਹ ਲੱਗਦਾ ਵੀ ਹਾਂਜੀ ਅਸੀਂ ਮਿਹਨਤ ਕਰ ਰਹੇ ਹਾਂ, ਫਲ ਨਹੀਂ ਮਿਲ ਰਿਹਾ। Or he holds some women in the customer's family responsible for his troubles. या इतना हुंदा वो कहता है भी थोड़े घर विच ये औरत है जिदे करके प्रॉब्लम आ रही है, ये करके इस औरत करके हो रही है, या कोई ना कोई औरत दा distant family विच नाम दे दिंदा है। Sometimes he puts the blame on man stars. ते कई बार कहता है थोड़े तारे वधिया नहीं हैगे ने। Such answers at once endear him to his customers. ते ना ਇਹ ਜਿਹੜੀਆਂ ਗੱਲਾਂ ਨੇ ਇਹਦੇ ਕਰਕੇ ਜਿਹੜੇ ਗਾਹਕ ਹੁੰਦੇ ਨੇ ਆਟੋਮੈਟਿਕਲੀ ਖਿੱਚੇ ਚਲੇ ਜਾਂਦੇ ਨੇ ਜੋਤਸ਼ੀ ਦੀਆਂ ਗੱਲਾਂ ਵੱਲ। And thus an astrologer by the roadside carries on his job very successfully, though he knows as little of it as his customers. ਇਸੇ ਕਰਕੇ ਉਹਨਾਂ ਦੀ ਦੁਕਾਨ ਚੱਲਦੀ ਹੈ, ਹਾਲਾਂਕਿ ਉਹਨੂੰ ਜ਼ਿਆਦਾ ਗਿਆਨ ਨਹੀਂ ਹੁੰਦਾ, ਉਨਾ ਹੀ ਪਤਾ ਹੁੰਦਾ ਜਿੰਨਾ ਸਾਨੂੰ। ਤੇ ਇਸੇ ਕੀ ਅੱਜ ਦੀ ਕਲਾਸ में उम्मीद करनी है क्वेश्चन आंसर ਤੁਹਾਨੂੰ समझ आ गए होंगे। वीडियो ਵਧੀਆ ਲੱਗੀ चैनल ਨੂੰ लाइक शेयर सब्सक्राइब जरूर करियो। फिर मिलांगे, टिल देन टेक केयर, बाय बाय।